Good morning students, this is Kiran Matharu, your online teacher. How are you all? Hope you all are fine and safe. Yes, we have already covered our 5 chapters. Today we will start the next one. Lesson number 10, the Harappan civilization, Harappa Sabhyata. About 7,000 years ago, there arose a great urban civilization in the northwestern part of the Indian subcontinent. हाँ जी, लगभग 7,000 साल पहला ਭਾਰਤੀ ਉਪ ਮਹਾਦੀਪ ਦੇ ਉੱਤਰ ਪੱਛਮੀ ਭਾਗ ਤੇ ਇੱਕ ਮਹਾਨ ਸ਼ਹਿਰੀ ਸਭਿਅਤਾ ਦਾ ਵਿਕਾਸ ਹੋਇਆ। ਸ਼ਹਿਰੀ ਮਹਾਨ ਸਭਿਅਤਾ ਦਾ ਜਨਮ ਹੋਇਆ। roughly covering the area between the rivers Indus and ancient Saraswati. Modern Ghaggar River is included present day Pakistan, Punjab, Haryana, Rajasthan, Gujarat and some portions of western UP and southern Afghanistan. Civilization ਸਭਿਅਤਾ ਸੀ ਇੰਨੀ ਵਿਸ਼ਾਲ ਸੀ ਕਿ ਇਹ ਸਿੰਧੂ ਨਦੀ ਤੋਂ ਲੈ ਕੇ ਸਰਸਵਤੀ ਨਦੀ ਤੱਕ, ਠੀਕ ਹੈ, ਪੁਰਾਤਨ ਜਿਹੜੀ ਸਰਸਵਤੀ ਨਦੀ ਸੀ ਜਿਹਨੂੰ ਕਿ ਅੱਜ ਕੱਲ੍ਹ ਘੱਗਰ ਨਦੀ ਦਾ ਨਾਮ ਦਿੱਤਾ ਜਾਂਦਾ, ਤੇ ਅੱਜ ਦੇ ਪਾਕਿਸਤਾਨ ਤੱਕ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਤੇ ਇਹਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਕੁਝ ਪੱਛਮੀ ਭਾਗ ਜਿਹੜੇ ਸੀ ਤੇ ਅਫਗਾਨਿਸਤਾਨ ਦੇ ਕੁਝ ਦੱਖਣੀ ਭਾਗਾਂ ਤੱਕ ਵੀ ਇਹ ਫੈਲੀ ਹੋਈ ਸੀ। This was the biggest amongst the ancient civilization as far as the area covered is concerned. ਤੇ ਇਹ ਪ੍ਰਾਚੀਨ ਜਿਹੜੀਆਂ ਸੱਭਿਅਤਾਵਾਂ ਸੀਗੀਆਂ ਉਹਦੇ ਖੇਤਰ ਦੇ ਪੱਖੋਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਸੀ। It was about 20 times bigger than the Egyptian civilization. ਤੇ ਇਹ ਮਿਸਰ ਦੀ ਸੱਭਿਅਤਾ ਤੋਂ ਵੀ ਲਗਭਗ 20 ਗੁਣਾ ਜ਼ਿਆਦਾ ਵੱਡੀ ਸੀ। The earliest civilization all over the world grew along the banks of rivers because these rivers valleys were very fertile. ਹਾਂਜੀ, ਜ਼ਿਆਦਾਤਰ ਜਿਹੜੀਆਂ ਸੱਭਿਅਤਾਵਾਂ ਹੋਈਆਂ ਆ ਦੁਨੀਆ ਦੀਆਂ ਉਹ ਨਦੀਆਂ ਦੇ ਕਿਨਾਰਿਆਂ 'ਤੇ ਜਾਂ ਨਦੀਆਂ ਦੇ ਕੰਢਿਆਂ 'ਤੇ ਹੀ ਹੋਈਆਂ, ਕਿਉਂਕਿ ਉੱਥੇ ਦੀਆਂ ਜਿਹੜੀਆਂ ਨਦੀ ਘਾਟੀਆਂ ਹੁੰਦੀਆਂ ਸੀ ਨਾ ਉਹ ਜ਼ਿਆਦਾ ਉਪਜਾਊ ਹੁੰਦੀਆਂ ਸੀ। The inhabitants could get regular supply of water. ਅਤੇ ਉੱਥੇ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪਾਣੀ ਮਿਲ ਜਾਂਦਾ ਸੀ ਜਿਹੜੇ ਉੱਥੋਂ ਦੇ ਵਸਨੀਕ ਸੀ। Rivers also helped as a means of transport. ਅਤੇ ਨਦੀਆਂ ਦੇ ਦੁਆਰਾ ਉਹ ਆਵਾਜਾਈ ਵੀ ਕਰ ਸਕਦੇ ਸੀ, ਹੈ ਨਾ। Men could move about freely from one place to another and also move their goods to long distances. ਅਤੇ ਜਿਹੜੇ ਕੋਈ ਮਨੁੱਖ ਹੁੰਦੇ ਸੀ ਉਸ ਟਾਈਮ ਦੇ ਅਤੇ ਉਹ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਜਾ ਸਕਦੇ ਸੀ। ਚੀਜ਼ਾਂ ਵੀ ਜਿਹੜੀਆਂ ਮਤਲਬ ਦੂਰ ਤੋਂ ਵੀ ਚੀਜ਼ਾਂ ਜਿਹੜੀਆਂ ਸੀ ਉਹ ਲਿਆ ਸਕਦੇ ਸੀ। The four main centers of the world's earliest civilization were, ਹਾਂਜੀ, ਦੁਨੀਆ ਦੀਆਂ ਜਿਹੜੀਆਂ ਮਹਾਨ ਸੱਭਿਅਤਾਵਾਂ ਹੋਈਆਂ ਉਹਨਾਂ ਵਿੱਚੋਂ ਜਿਹੜੇ 4 ਆ ਉਹਨਾਂ ਦੇ ਮੁੱਖ ਕੇਂਦਰ ਇਸ ਪ੍ਰਕਾਰ ਸੀਗੇ। ਪਹਿਲੀ ਸੀ ਦ ਵੈਲੀ ਆਫ ਰਿਵਰ ਨਾਈਲ, ਇਜਿਪਟ, ਨੀਲ ਨਦੀ ਦੀ ਘਾਟੀ ਜਾਂ ਮਿਸਰ। ਨੰਬਰ 2 ਦ ਵੈਲੀ ਆਫ ਰਿਵਰਸ ਟਿਗਰਿਸ ਐਂਡ ਯੂਫਰੇਟਸ, ਮੈਸੋਪੋਟਾਮੀਆ, ਦਜ਼ਲਾ ਅਤੇ ਫਰਾਤ ਨਦੀਆਂ ਦੀ ਘਾਟੀ ਜਾਂ ਮੈਸੋਪੋਟਾਮੀਆ ਦੀ, ਠੀਕ ਹੈ। ਨੰਬਰ 3 ਦ ਵੈਲੀ ਆਫ ਰਿਵਰ ਇੰਡਸ, ਇੰਡਸ ਵੈਲੀ, ਸਿੰਧ ਨਦੀ ਦੀ ਘਾਟੀ ਜਾਂ ਸਿੰਧੂ ਘਾਟੀ। ਨੰਬਰ 4 ਦ ਵੈਲੀ ਆਫ ਰਿਵਰਸ ਹਵਾਂਗਹੋ ਐਂਡ ਯਾਂਗਸੀ ਕਿਆਂਗ, ਚਾਈਨਾ, ਅਤੇ ਹਵਾਂਗਹੋ ਅਤੇ ਯਾਂਗਸੀ ਕਿਆਂਗ ਨਦੀਆਂ ਦੀ ਘਾਟੀ ਜਾਂ ਚਾਈਨਾ। Known by several names such as the Indus Valley Civilization, Indus Saraswati Civilization and the Harappa Civilization. It reached the height of development around 3000 BC. ਅਤੇ ਇਸ ਸੱਭਿਅਤਾ ਨੂੰ ਆਪਾਂ ਕਈ ਨਾਵਾਂ ਨਾਲ ਜਾਣਦੇ ਹਾਂ, ਜਿਸ ਤਰ੍ਹਾਂ ਸਿੰਧੂ ਘਾਟੀ ਦੀ ਸੱਭਿਅਤਾ, ਸਿੰਧੂ ਸਰਸਵਤੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ, ਜਿਹੜੀ ਕਿ ਲਗਭਗ 3000 ਈਸਵੀ ਪੂਰਵ ਤੋਂ 29 ਦੇ ਸਿਖਰ 'ਤੇ ਪਹੁੰਚ ਗਈ ਸੀ। For about 1000 years it was a flourishing civilization. ਅਤੇ 1000 ਸਾਲ ਤੱਕ ਇਸ ਸੱਭਿਅਤਾ ਜਿਹੜੀ ਸੀ ਇਹਦਾ ਵਿਕਾਸ ਹੁੰਦਾ ਰਿਹਾ। With the drying up of the river Saraswati in 1900 BC, its decline started when people seem to have migrated to the Gangetic plains of northern India. ਅਤੇ ਸਮਝਿਆ ਜਾਂਦਾ ਕਿ ਲਗਭਗ 1900 ਈਸਵੀ ਪੂਰਵ ਜਦੋਂ ਜਿਹੜੀ ਸਰਸਵਤੀ ਨਦੀ ਸੀ ਉਹਨੇ ਸੁੱਕਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੇ ਇੱਥੋਂ ਦੇ ਲੋਕ ਸੀ ਉਹਨਾਂ ਨੇ ਉੱਤਰੀ ਭਾਰਤ ਦੇ ਗੰਗਾ ਦੇ ਮੈਦਾਨਾਂ ਦੇ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ।
This civilization came to light with the discovery of Harappa, located in the Montgomery district of Punjab, and Mohenjo-daro in Larkana district of Sindh in Pakistan in 1921 to 22। ਤੇ ਇਸ ਸਭਿਅਤਾ ਬਾਰੇ ਆਪਾਂ ਨੂੰ ਉਦੋਂ ਪਤਾ ਲੱਗਾ ਜਦੋਂ 1921-22 ਦੇ ਵਿੱਚ ਮਿੰਟਗੁਮਰੀ ਜਿਹੜੇ ਜ਼ਿਲ੍ਹਾ ਸੀ ਉਹਦੇ ਵਿੱਚ ਹੜੱਪਾ ਦੇ ਸਥਾਨ ਤੇ ਲੜਕਾਨਾ ਜ਼ਿਲ੍ਹਾ ਜੋ ਕਿ ਸਿੰਧ ਦੇ ਵਿੱਚ ਸੀ ਉਹਦੇ ਮੋਹਨਜੋਦੜੋ ਦੇ ਸਥਾਨ ਤੇ ਖੁਦਾਈ ਕੀਤੀ ਗਈ। Afterwards, many more cities like Chanhudro in Sindh, Kalibangan in Rajasthan, Mitathal, Banawali, Kunal and Rakhigadi in Haryana, Lothal, Rangpur and Dholvira in Gujarat were also discovered। ਤੇ ਫਿਰ ਉਸ ਤੋਂ ਬਾਅਦ ਹੋਰ ਕਈ ਸ਼ਹਿਰਾਂ ਜਿਸ ਤਰ੍ਹਾਂ ਸਿੰਧ ਦੇ ਵਿੱਚ ਚਨਹੁਦਰੋ, ਠੀਕ ਹੈ, ਰਾਜਸਥਾਨ ਦੇ ਵਿੱਚ ਕਾਲੀਬੰਗਨ, ਮਿਤਾਥਲ, ਬਨਾਵਲੀ, ਕੁਨਾਲ ਤੇ ਰਾਖੀਗੜੀ, ਇਹ ਸਾਰੇ ਹਰਿਆਣੇ ਦੇ ਵਿੱਚ ਜਿਹੜੇ ਸੀ ਮਿਲੇ। ਲੋਥਲ, ਰੰਗਪੁਰ ਤੇ ਧੌਲਵੀਰ ਜਿਹੜਾ ਸੀ ਉਹ ਗੁਜਰਾਤ 'ਚ ਉਹਨਾਂ ਦੀ ਡਿਸਕਵਰੀ ਕੀਤੀ ਗਈ। ਇਨ ਪੰਜਾਬ ਸੰਘੋਲ, ਲੁਧਿਆਣਾ, ਬੜਾ, ਕੋਟਲਾ ਨਿਹੰਗ ਖਾਨ, ਨੀਅਰ ਰੋਪੜ, ਰੂਪਨਗਰ ਐਂਡ ਰੋਹੀੜਾ, ਸੰਗਰੂਰ have yielded important remains of this civilization। ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਸੰਘੋਲ, ਬੜਾ, ਕੋਟਲਾ ਨਿਹੰਗ ਖਾਨ ਜਿਹੜਾ ਕਿ ਰੋਪੜ ਜਾਂ ਰੂਪਨਗਰ ਦੇ ਨੇੜੇ ਮਿਲਿਆ, ਤੇ ਸੰਗਰੂਰ ਦੇ ਵਿੱਚ ਰੋਹੀੜਾ ਨਾਮ ਦੇ ਸਥਾਨ ਤੇ ਇਸ ਸੱਭਿਅਤਾ ਦੇ ਅਵਸ਼ੇਸ਼ ਆਪਾਂ ਨੂੰ ਵੀ ਮਿਲੇ ਆ ਜੀ। ਇਹ ਉਸ ਟਾਈਮ ਦਾ ਮੈਪ ਹੈ। ਇਹ 'ਚ ਆ ਦੇਖੋ ਇੱਧਰ ਪਾਕਿਸਤਾਨ ਵਾਲੇ ਆ ਗਏ ਏਰੀਆ ਦੇ ਸਥਾਨ ਜਿਹੜੇ ਸੀ ਮੋਹਨਜੋਦੜੋ, ਚਨਹੁਦੜੋ, ਹੈ ਨਾ, ਇਹ ਸਾਰੇ। ਉਸ ਤੋਂ ਬਾਅਦ ਇੱਥੇ ਆ ਗਏ ਪੰਜਾਬ ਦੇ ਸੰਘੋਲ, ਕੋਟਲਾ ਨਿਹੰਗ ਖਾਨ ਆ ਗਿਆ ਰੋਪੜ ਦਾ, ਹੈ ਨਾ। ਉਸ ਤੋਂ ਬਾਅਦ ਆ ਹੜੱਪਾ ਵੀ ਪਾਕਿਸਤਾਨ 'ਚ ਆ ਗਿਆ, ਠੀਕ ਹੈ। ਇਹਦੇ ਨਾਲ ਨਾਲ ਇੱਧਰੋਂ ਕਾਲੀਬੰਗਲ, ਮਿਤਾਥਲ, ਇਹ ਵਾਲੇ ਜਿਹੜੇ ਸਥਾਨ ਸੀਗੇ ਇਹ ਹਰਿਆਣੇ 'ਚ ਆ ਗਏ। ਦੈਨ ਰੰਗਪੁਰ ਤੇ ਲੋਥਲ ਇਹ ਗੁਜਰਾਤ 'ਚ ਆ ਗਿਆ, ਠੀਕ ਹੈ। ਇਹ ਉਸ ਟਾਈਮ ਦੀਆਂ ਸਾਈਟਸ ਦਿਖਾਈਆਂ ਗਈਆਂ। ਇੰਡਸ ਵੈਲੀ ਸਿਵਲਾਈਜੇਸ਼ਨ ਜੀ, ਹੜੱਪਨ ਸਿਵਲਾਈਜੇਸ਼ਨ ਇਨ ਪੰਜਾਬ। ਹੁਣ ਹੜੱਪਾ ਦੀ ਸੱਭਿਅਤਾ ਜਿਹੜੀ ਪੰਜਾਬ ਦੇ ਵਿੱਚ Archaeological Department of Punjab during excavation have found such places which belongs to the Harappan civilization। ਤੇ ਜਿਹੜਾ ਪੁਰਾਤਤਵ ਵਿਭਾਗ ਸੀ ਪੰਜਾਬ ਦਾ, ਉਹਨਾਂ ਨੇ ਜਦੋਂ ਇਹਨਾਂ ਥਾਵਾਂ ਦੀ ਖੁਦਾਈ ਕੀਤੀ ਤਾਂ ਉੱਥੋਂ ਇਹਨਾਂ ਨੂੰ ਹੜੱਪਾ ਸੱਭਿਅਤਾ ਦੇ ਚਿੰਨ੍ਹ ਮਿਲੇ। A brief account of these places is given as under। ਤੇ ਨੀਚੇ ਇਹਨਾਂ ਜਗ੍ਹਾ ਦੇ ਬਾਰੇ ਆਪਾਂ ਨੂੰ ਦੱਸਿਆ ਗਿਆ। ਨੰਬਰ 1 ਸੰਘੋਲ। ਸੰਘੋਲ ਇਜ਼ ਸਿਚੁਏਟਡ ਇਨ ਲੁਧਿਆਣਾ ਡਿਸਟ੍ਰਿਕਟ। ਸੰਘੋਲ ਜਿਹੜਾ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਦ ਟਾਊਨ ਵਾਜ਼ ਐਕਸਕੇਵੇਟਡ ਬਾਈ SS ਤਲਵਾਰ ਐਂਡ RS ਬਿਸਟ ਇਨ 1968। ਤੇ 1968 ਦੇ ਵਿੱਚ SS ਤਲਵਾਰ ਤੇ RS ਬਿਸਟ ਨੇ ਇਸ ਜਗ੍ਹਾ ਦੀ ਖੁਦਾਈ ਕਰਵਾਈ ਸੀ। ਵੀ ਹੈਵ ਫਾਊਂਡ ਮੈਨੀ ਯੂਟੈਂਸਿਲਸ ਐਂਡ ਸਟੈਚੂਜ਼ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਫਰੋਮ ਹੀਅਰ। ਤੇ ਸਾਨੂੰ ਇੱਥੋਂ ਸਿੰਧੂ ਘਾਟੀ ਸੱਭਿਅਤਾ ਦੇ ਬਹੁਤ ਸਾਰੇ ਬਰਤਨ ਤੇ ਜਿਹੜੀਆਂ ਮੂਰਤੀਆਂ ਸੀ ਉਹ ਮਿਲੀਆਂ ਆ। ਦਿਸ ਸੈਂਟਰ ਹੈਡ ਅ ਬਿਗ ਮੋਟ which always remained full with water। It was built to protect the city from enemies। ਤੇ ਇਸ ਸ਼ਹਿਰ ਦੇ ਵਿੱਚੋਂ ਇੱਕ ਖਾਈ ਵੀ ਮਿਲੀ ਆ, ਉਸ ਟਾਈਮ ਦੇ ਰਿਮੇਨਸ ਮਿਲੇ ਆ ਉਹਦੇ, ਤੇ ਜਿਹੜੀ ਕਿ ਉਸ ਸਮੇਂ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ ਤੇ ਇਹ ਜਿਹੜੀ ਸੀ ਦੁਸ਼ਮਣਾਂ ਤੋਂ ਉਸ ਸ਼ਹਿਰ ਦਾ ਬਚਾਅ ਕਰਦੀ ਸੀ। ਨੈਕਸਟ ਇਜ਼ ਰੋਹੀੜਾ। ਰੋਹੀੜਾ ਇਜ਼ ਸਿਚੁਏਟਡ ਇਨ ਡਿਸਟ੍ਰਿਕਟ ਸੰਗਰੂਰ। ਤੇ ਰੋਹੀੜਾ ਸਥਾਨ ਜਿਹੜਾ ਉਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੈਗਾ। ਇਟ ਵਾਜ਼ ਐਕਸਕੇਵੇਟਡ ਇਨ 1976 to 77 AD। ਜਿਹਦੀ ਖੋਜ 1976-77 ਦੇ ਵਿੱਚ ਕੀਤੀ ਗਈ ਸੀ। ਦ ਯੂਟੈਂਸਿਲਸ, ਬ੍ਰਿਕਸ ਐਂਡ ਟੋਇਜ਼ ਮੇਡ ਆਫ ਕਲੇ ਐਟਸੈਕਟਰਾ ਫਾਊਂਡ ਹੀਅਰ। ਤੇ ਇੱਥੇ ਵੀ ਆਪਾਂ ਨੂੰ ਬਰਤਨ, ਇੱਟਾਂ, ਖਿਡੌਣੇ, ਹੈ ਨਾ, ਜੋ ਕਿ ਮਿੱਟੀ ਦੇ ਬਣੇ ਹੋਏ ਆ, ਉਹ ਮਿਲੇ ਆ। ਇਟ ਸੀਮਸ ਦੈਟ ਹਰਪਨ ਸਿਵਲਾਈਜੇਸ਼ਨ ਐਂਡ ਰੋਹੀੜਾ ਸਿਵਲਾਈਜੇਸ਼ਨ ਹੈਡ ਬੀਨ ਇਨ ਐਗਜ਼ਿਸਟੈਂਸ ਐਟ ਦ ਸੇਮ ਟਾਈਮ। ਤੇ ਇਹ ਲੱਗਦਾ ਜਿਸ ਤਰ੍ਹਾਂ ਹੜੱਪਾ ਸੱਭਿਅਤਾ ਤੇ ਰੋਹੀੜਾ ਸੱਭਿਅਤਾ ਜਿਹੜੀ ਸੀ ਉਹ ਨਾਲ ਹੀ ਚੱਲ ਰਹੀ ਸੀ। ਨੰਬਰ 3 ਸੁਨਾਤ। ਸੁਨਾਤ ਇਜ਼ ਸਿਚੁਏਟਡ ਇਨ ਡਿਸਟ੍ਰਿਕਟ ਲੁਧਿਆਣਾ। ਇਹ ਵੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੀ ਸਥਿਤ ਆ। ਇਟ ਵਾਜ਼ ਐਕਸਕੇਵੇਟਡ ਇਨ 1983 to 84 AD। ਤੇ ਇਸ ਦੀ ਖੁਦਾਈ ਵੀ 1983-84 ਦੇ ਵਿੱਚ ਕੀਤੀ ਗਈ ਸੀ। ਦ ਰਿਮੇਨਸ ਫਾਊਂਡ ਹੀਅਰ ਗਿਵ ਅਸ ਗੁੱਡ ਇਨਫੋਰਮੇਸ਼ਨ ਅਬਾਊਟ ਦ ਲਾਸਟ ਪੀਰੀਅਡ ਆਫ ਹੜੱਪਨ ਸਿਵਲਾਈਜੇਸ਼ਨ। ਤੇ ਇੱਥੋਂ ਜਿਹੜੇ ਰਿਮੇਨਸ ਮਿਲੇ, ਅਵਸ਼ੇਸ਼ ਮਿਲੇ ਆ, ਉਹਨਾਂ ਤੋਂ ਆਪਾਂ ਨੂੰ ਹੜੱਪਾ ਸੱਭਿਅਤਾ ਦੇ ਲਾਸਟ ਵਾਲਾ ਜਿਹੜਾ ਟਾਈਮ ਸੀ ਉਹਦੇ ਬਾਰੇ ਕਾਫੀ ਜਾਣਕਾਰੀ ਮਿਲਦੀ ਆ। ਨੈਕਸਟ ਇਜ਼ ਕੋਟਲਾ ਨਿਹੰਗ ਖਾਨ। ਇਟ ਇਜ਼ ਸਿਚੁਏਟਡ ਇਨ ਡਿਸਟ੍ਰਿਕਟ ਰੋਪੜ।
ਤੇ ਇਹ ਜ਼ਿਲ੍ਹਾ ਰੋਪੜ ਦੇ ਵਿੱਚ ਸਥਿਤ ਹੈ। ਇਟ ਵਾਜ਼ ਡਿਸਕਵਰਡ ਬਾਈ ਵਾਈ ਡੀ ਸ਼ਰਮਾ ਇਨ 1953 AD ਤੇ ਇਹ 1953 ਦੇ ਵਿੱਚ ਵਾਈ ਡੀ ਸ਼ਰਮਾ ਨੇ ਇੱਥੋਂ ਦੀ ਖੁਦਾਈ ਕਰਵਾਈ ਸੀ। ਦ ਯੂਟੈਂਸਿਲਸ, ਟੂਲਸ, ਸੀਡਸ ਐਂਡ ornaments ਫਾਊਂਡ ਹੀਅਰ ਆਰ ਸਿਮਿਲਰ ਟੂ ਦ ਹੜੱਪਨ ਸਿਵਿਲਾਈਜੇਸ਼ਨ। ਤੇ ਇੱਥੋਂ ਜਿਹੜੇ ਆਪਾਂ ਨੂੰ ਬਰਤਨ ਮਿਲੇ ਆ, ਔਜ਼ਾਰ ਮਿਲੇ ਆ, ਹੈ ਨਾ, ਗਹਿਣੇ ਮਿਲੇ ਆ, ਉਹ ਸਾਰੇ ਵੀ ਹੜੱਪਾ ਸੱਭਿਅਤਾ ਦੇ ਨਾਲ ਮਿਲਦੇ ਜੁਲਦੇ ਆ। ਨੈਕਸਟ ਇਜ਼ ਬਨਾਵਲੀ। ਇਟ ਇਜ਼ ਸਿਚੁਏਟਡ ਇਨ ਹਿਸਾਰ ਡਿਸਟ੍ਰਿਕਟ ਆਫ ਹਰਿਆਣਾ। ਹਰਿਆਣਾ ਦੀ ਡਿਸਟ੍ਰਿਕਟ ਹਿਸਾਰ ਵਿੱਚ ਸਥਿਤ ਹੈ। ਇਟ ਵਾਜ਼ ਐਕਸਕੇਵੇਟਡ ਬਾਈ RS ਬਿਸਤ ਇਨ 1973 ਤੇ ਇਸ ਦੀ ਖੁਦਾਈ ਵੀ RS ਬਿਸਤ ਨੇ 1973 ਦੇ ਵਿੱਚ ਕਰਵਾਈ ਸੀ। ਦ ਟੂਲਸ, ਸੀਡਸ, ornaments ਐਂਡ statues ਫਾਊਂਡ ਹੀਅਰ ਆਰ ਸਿਮਿਲਰ ਟੂ ਦੋਜ਼ ਫਾਊਂਡ ਇਨ ਹੜੱਪਾ। ਇੱਥੋਂ ਦੇ ਜਿਹੜੇ ਔਜ਼ਾਰ, ਮੋਹਰਾਂ, ਗਹਿਣੇ ਜਿਹੜੇ ਮਿਲੇ ਆਪਾਂ ਨੂੰ, ਉਹ ਵੀ ਹੜੱਪਾ ਸੱਭਿਅਤਾ ਦੇ ਨਾਲ ਮਿਲਦੇ ਜੁਲਦੇ ਆ। ਇੰਪੋਰਟੈਂਟ ਇਨਫੋਰਮੇਸ਼ਨ ਅਬਾਊਟ ਦ ਪਲੇਸਿਸ ਲਾਈਕ ਰਾਖੀਗੜ੍ਹੀ, ਮਿਤਾਥਲ ਐਂਡ ਕੁਨਾਲ which fall in the Haryana state can be gathered from the articles and utensils found during excavation from these places। ਤੇ ਜਿਹੜੀਆਂ ਹਰਿਆਣੇ ਦੇ ਰਾਖੀਗੜ੍ਹੀ, ਮਿਤਾਥਲ, ਕੁਨਾਲ ਆਦਿ ਵਿੱਚ ਖੁਦਾਈਆਂ ਹੋਈਆਂ, ਉਹਨਾਂ ਤੋਂ ਵੀ ਜਿਹੜੀਆਂ ਵਸਤਾਂ ਤੇ ਬਰਤਨ ਮਿਲੇ ਆ, ਉਹਨਾਂ ਤੋਂ ਇਸ ਸੱਭਿਅਤਾ ਦੇ ਬਾਰੇ ਆਪਾਂ ਨੂੰ ਕਾਫੀ ਕੁਝ ਪਤਾ ਲੱਗਿਆ। ਸਟ ਆ ਗਿਆ ਟਾਊਨ ਪਲੈਨਿੰਗ। ਹੁਣ ਉਹਨਾਂ ਦੀ ਜਿਹੜੀ ਨਗਰ ਯੋਜਨਾ ਸੀ ਉਹ ਕਿਸ ਤਰ੍ਹਾਂ ਦੀ ਸੀ। ਵੈਲ ਪਲੈਨਡ ਸਿਟੀਜ਼ ਲਾਈਕ ਦੋਜ਼ ਆਫ ਮਾਡਰਨ ਟਾਈਮਸ ਆਰ ਅ ਸਪੈਸ਼ਲ ਫੀਚਰ ਆਫ ਦਿਸ ਸਿਵਿਲਾਈਜੇਸ਼ਨ। ਤੇ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਸ਼ਹਿਰ ਹੈਗੇ ਆ ਨਾ, ਉਸੇ ਤਰ੍ਹਾਂ ਦੀ ਇੱਕ ਉਹਨਾਂ ਦੇ ਜਿਹੜੇ ਨਗਰ ਸੀ ਉਹ ਯੋਜਨਾਬੱਧ ਤਰੀਕੇ ਨਾਲ ਬਣਾਏ ਹੋਏ ਸੀਗੇ, ਠੀਕ ਹੈ, ਜੋ ਕਿ ਇਸ ਸੱਭਿਅਤਾ ਦੀ ਮਹੱਤਵਪੂਰਨ ਵਿਸ਼ੇਸ਼ਤਾ ਆ। ਦ ਸਿਟੀਜ਼ ਵਰ ਯੂਜੂਅਲੀ ਡਿਵਾਈਡਡ ਇਨਟੂ 2 ਪਾਰਟਸ। ਜਿਹੜੇ ਸ਼ਹਿਰ ਸੀਗੇ ਉਹ 2 ਪਾਰਟਸ ਦੇ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਗਿਆ ਸੀ। ਦ ਅੱਪਰ ਪਾਰਟ ਐਂਡ ਦ ਲੋਅਰ ਟਾਊਨ। ਤੇ ਇੱਕ ਉੱਪਰਲਾ ਹਿੱਸਾ ਹੁੰਦਾ ਸੀ, ਇੱਕ ਨੀਚੇ ਬਣਿਆ ਹੁੰਦਾ ਸੀ। ਦ ਫੋਰਟੀਫਾਈਡ ਅੱਪਰ ਪਾਰਟ ਕੰਟੇਨਡ ਦ ਪਬਲਿਕ ਬਿਲਡਿੰਗਸ ਐਂਡ ਦ ਰੈਜ਼ੀਡੈਂਸ਼ੀਅਲ ਹਾਊਸਿਸ ਆਫ ਦ ਰੂਲਿੰਗ ਕਲਾਸ। ਤੇ ਜਿਹੜੀ ਉੱਪਰ ਹੁੰਦੀਆਂ ਸੀ ਬਿਲਡਿੰਗਸ, ਉਹਦੇ 'ਚ ਜਨਤਕ ਇਮਾਰਤਾਂ ਹੁੰਦੀਆਂ ਸੀ, ਜਨਤਕ ਭਵਨ, ਜਾਂ ਜਿਹੜੇ ਲੋਕ ਸ਼ਾਸਕ ਹੁੰਦੇ ਸੀ ਉਹਨਾਂ ਦੇ ਘਰ ਉੱਥੇ ਹੁੰਦੇ ਸੀ। ਦ ਲੋਅਰ ਟਾਊਨ ਵਾਜ਼ ਇਨਹੈਬਿਟਡ ਬਾਈ ਕਾਮਨ ਪੀਪਲ। ਤੇ ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਸੀ, ਹੇਠਲਾ ਭਾਗ, ਉੱਥੇ ਆਮ ਤੌਰ 'ਤੇ ਆਮ ਲੋਕ ਰਹਿੰਦੇ ਸੀ। ਦ ਸਿਟੀਜ਼ ਹੈਡ ਵਾਈਡ ਐਂਡ ਸਟ੍ਰੇਟ ਰੋਡਸ ਐਂਡ ਸਟ੍ਰੀਟਸ ਦੈਟ ਇੰਟਰਸੈਕਟਡ ਐਟ ਰਾਈਟ ਐਂਗਲਸ। ਤੇ ਸ਼ਹਿਰਾਂ ਦੀਆਂ ਜਿਹੜੀਆਂ ਸੜਕਾਂ ਸੀਗੀਆਂ ਉਹ ਚੌੜੀਆਂ ਤੇ ਸਿੱਧੀਆਂ ਹੁੰਦੀਆਂ ਸੀ। ਜਿਹੜੀਆਂ ਗਲੀਆਂ ਸੀ ਉਹ ਇੱਕ ਸਮਕੋਣ ਤੇ ਜਾ ਕੇ ਇੱਕ ਦੂਸਰੇ ਨੂੰ ਕੱਟਦੀਆਂ ਸੀ। ਨੋ ਹਾਊਸਿਸ ਹੈਡ ਦੇਅਰ ਡੋਰਸ ਓਪਨਿੰਗ ਔਨ ਦ ਮੇਨ ਰੋਡ। ਤੇ ਕਿਸੇ ਵੀ ਘਰ ਦੇ ਦਰਵਾਜ਼ੇ ਮੇਨ ਜਿਹੜਾ ਰੋਡ ਹੁੰਦਾ ਸੀ, ਮੇਨ ਸੜਕ ਹੁੰਦੀ ਸੀ, ਉਹਦੇ ਵੱਲ ਨੂੰ ਨਹੀਂ ਖੁੱਲ੍ਹਦੇ ਸੀ। ਦ ਡਰੇਨੇਜ ਸਿਸਟਮ ਆਫ ਦਿਸ ਸਿਵਿਲਾਈਜੇਸ਼ਨ ਟੂ ਵਾਜ਼ ਫਾਰ ਐਡਵਾਂਸਡ ਫॉर ਇਟਸ ਟਾਈਮ। ਤੇ ਜਿਹੜੀਆਂ ਉਸ ਟਾਈਮ ਦੀਆਂ ਨਾਲੀਆਂ ਹੁੰਦੀਆਂ ਸੀ, ਠੀਕ ਹੈ, ਉਹਨਾਂ ਦਾ ਪ੍ਰਬੰਧ ਵੀ ਬਹੁਤ ਵਧੀਆ ਸੀ। ਦੇਰ ਵਰ ਕਵਰਡ drains on both sides of the streets that carried the dirty water through an underground main drain leading outside the city। ਤੇ ਇਹ ਜਿਹੜਾ ਸੀਗਾ ਗਲੀਆਂ ਦਾ ਗੰਦਾ ਪਾਣੀ ਇਕੱਠਾ ਕਰਕੇ ਇੱਕ ਜਿਹੜੀ ਅੰਡਰਗਰਾਊਂਡ ਇੱਕ ਵੱਡਾ ਨਾਲਾ ਬਣਿਆ ਹੁੰਦਾ ਸੀ ਸ਼ਹਿਰ ਤੋਂ ਬਾਅਦ, ਉਹਦੇ ਵਿੱਚ ਚਲਾ ਜਾਂਦਾ ਸੀ ਪਾਣੀ। What are the differences between the houses of Harappan civilization and mentioned in the 9th chapter? Mention any 2 differences। ਹਾਂਜੀ, ਹੁਣ ਹੜੱਪਾ ਸਿਵਿਲਾਈਜੇਸ਼ਨ ਦੇ ਜਿਹੜੇ ਆਪਾਂ ਨੂੰ ਘਰ ਦੱਸੇ ਇੱਥੇ ਕਿ ਕਿਸ ਤਰ੍ਹਾਂ ਦੇ ਆ, ਉਹਨਾਂ ਦਾ ਕੀ ਡਿਫਰੈਂਸ ਸੀ, ਠੀਕ ਹੈ, ਉਹ ਤੁਸੀਂ ਦੱਸਣੇ ਆ। 2 ਡਿਫਰੈਂਸ ਦੱਸਣੇ ਆ ਕਿ ਘਰਾਂ 'ਚ 2 ਤਰ੍ਹਾਂ ਦੇ ਕਿਹੜੇ ਫਰਕ ਸੀਗੇ। ਹਾਊਸਿਸ ਵਰ ਮੇਡ ਆਫ ਬੇਕਡ ਬ੍ਰਿਕਸ ਐਂਡ ਵੁੱਡ। ਘਰ ਜਿਹੜੇ ਸੀ ਉਹ ਪੱਕੀਆਂ ਇੱਟਾਂ ਦੇ ਅਤੇ ਲੱਕੜਾਂ ਦੇ ਬਣੇ ਹੁੰਦੇ ਸੀ। ਸਟੋਨਸ ਵਰ ਰੇਅਰਲੀ ਯੂਜ਼ਡ ਐਜ਼ ਬਿਲਡਿੰਗ ਮਟੀਰੀਅਲ। ਤੇ ਪੱਥਰਾਂ ਨੂੰ ਬਹੁਤ ਘੱਟ ਵਰਤਿਆ ਜਾਂਦਾ ਸੀ। ਦੇਰ ਵਰ ਬਿਗ ਹਾਊਸਿਸ ਵਿਦ ਸੈਵਰਲ ਰੂਮਸ ਐਂਡ ਸਮੋਲ ਹਾਊਸਿਸ ਵਿਦ ਔਨ 1 or 2 ਰੂਮਸ। ਤੇ ਇੱਥੇ ਬਹੁਤ ਵੱਡੇ ਵੀ ਘਰ ਸੀ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕਮਰੇ ਹੁੰਦੇ ਸੀ, ਤੇ ਛੋਟੇ ਘਰ ਵੀ ਸੀ ਜਿਨ੍ਹਾਂ ਦੇ ਵਿੱਚ 1 ਜਾਂ 2 ਰੂਮ ਹੁੰਦੇ ਸੀ। ਈਚ ਹਾਊਸ ਹੈਡ ਇਟਸ ਓਨ ਕਿਚਨ ਐਂਡ ਵਾਸ਼ਰੂਮ। ਤੇ ਸਾਰੇ ਘਰਾਂ ਦੇ ਵਿੱਚ ਆਪਣੀ ਕਿਚਨ ਤੇ ਵਾਸ਼ਰੂਮ ਹੁੰਦਾ ਸੀ। ਬਿਗ ਹਾਊਸਿਸ ਵਰ ਸਮ ਟਾਈਮ ਡਬਲ ਸਟੋਰੀਡ। ਤੇ ਵੱਡੇ ਘਰ ਕਈ ਵਾਰੀ 2 ਮੰਜ਼ਲੀ ਹੁੰਦੇ ਸੀ। ਐਂਡ ਹੈਡ ਅ ਕੋਰਟਯਾਰਡ ਐਂਡ ਅ ਵੈਲ ਫॉर ਵਾਟਰ। ਤੇ ਉਹਨਾਂ ਦੇ ਵਿੱਚ ਇੱਕ ਵਿਹੜਾ ਤੇ ਖੂਹ ਵੀ ਹੁੰਦਾ ਸੀ ਪਾਣੀ ਦੇ ਲਈ। The drains of the houses were connected to the underground drains in the street। ਤੇ ਘਰਾਂ ਦੀਆਂ ਨਾਲੀਆਂ ਜਿਹੜੀਆਂ ਸੀ ਉਹ ਬਾਹਰ ਢੱਕੀਆਂ ਹੋਈਆਂ ਜਿਹੜੀਆਂ ਗਲੀ ਦੀਆਂ ਨਾਲੀਆਂ ਸੀ ਉਹਨਾਂ ਦੇ ਨਾਲ ਜੋੜੀਆਂ ਗਈਆਂ ਸੀ। Several public buildings of very large size have been found at various sites of the Indus civilization। ਤੇ ਬਹੁਤ ਸਾਰੀਆਂ ਜਨਤਕ ਇਮਾਰਤਾਂ ਜਿਹੜੀਆਂ ਬਹੁਤ ਵੱਡੇ ਆਕਾਰ ਦੀਆਂ ਵੀ ਸਿੰਧੂ ਘਾਟੀ ਸੱਭਿਅਤਾ ਦੀਆਂ ਸਾਨੂੰ ਅਲੱਗ-ਅਲੱਗ ਸਥਾਨਾਂ ਤੋਂ ਮਿਲੀਆਂ ਆ। A large pillared hall
हैज़ बीन डिस्कवर्ड एट मोहनजोदड़ो। तो मोहनजोदड़ो ਦੇ ਵਿੱਚ ਇੱਕ ਬਹੁਤ ਵੱਡਾ ਖੰਭਿਆਂ ਵਾਲਾ ਭਵਨ ਆਪਾਂ ਨੂੰ ਮਿਲਿਆ। ਇਟ ਵਾਜ਼ ਪ੍ਰੋਬੇਬਲੀ ਯੂਜ਼ਡ ਫॉर ਪਬਲਿਕ ਮੀਟਿੰਗਸ ਔਰ ਫॉर ਸਮ ਰਿਲੀਜੀਅਸ ਪਰਪਸ। ਤੇ ਮੰਨਿਆ ਜਾਂਦਾ ਕਿ ਇਸ ਨੂੰ ਜਨਤਕ ਮੀਟਿੰਗਸ ਦੇ ਲਈ ਜਾਂ ਕਿਸੇ ਧਾਰਮਿਕ ਕੰਮ ਦੇ ਲਈ ਵਰਤਿਆ ਜਾਂਦਾ ਸੀ। ਅ ਬਿਗ ਗ੍ਰੇਨਰੀ ਹੈਜ਼ ਬੀਨ ਡਿਸਕਵਰਡ ਐਟ ਹੜੱਪਾ। ਤੇ ਇਸ ਤੋਂ ਇਲਾਵਾ ਇੱਕ ਵੱਡਾ ਅਨਾਜ ਘਰ ਵੀ ਹੜੱਪਾ ਦੇ ਵਿੱਚ ਮਿਲਿਆ ਆ। ਲੋਥਲ ਇਨ ਗੁਜਰਾਤ ਵਾਜ਼ ਅ ਪੋਰਟ ਸਿਟੀ। ਤੇ ਗੁਜਰਾਤ ਦੇ ਵਿੱਚ ਲੋਥਲ ਦੇ ਸਥਾਨ 'ਤੇ ਹੀ ਉਸ ਸਮੇਂ ਬੰਦਰਗਾਹ ਸੀ। ਇਟ ਹੈਡ ਅ ਬਿਗ ਐਂਡ ਵੈਲ ਪਲੈਨਡ ਹਾਰਬਰ। ਤੇ ਇੱਥੇ ਜਹਾਜ਼ਾਂ ਦੇ ਖੜਾ ਕਰਨ ਦੇ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਬੰਦਰਗਾਹ ਸੀ। ਦ ਮੋਸਟ ਇੰਪ੍ਰੈਸਿਵ ਬਿਲਡਿੰਗ ਇਜ਼ ਦ ਗ੍ਰੇਟ ਬਾਥ ਐਟ ਮੋਹਨਜੋਦੜੋ। ਤੇ ਸਭ ਤੋਂ ਪ੍ਰਭਾਵਸ਼ਾਲੀ ਜਿਹੜੀ ਇਮਾਰਤ ਆ ਉਹ ਮੋਹਨਜੋਦੜੋ ਦਾ ਇਸ਼ਨਾਨ ਘਰ ਆ। ਵਿਸ਼ਾਲ ਇਸ਼ਨਾਨ ਘਰ ਮੇਡ ਆਫ ਵਾਟਰ ਟਾਈਟ ਬੇਕਡ ਬ੍ਰਿਕਸ, ਜਿਹੜਾ ਕਿ ਪੱਕੀਆਂ ਇੱਟਾਂ ਦੇ ਨਾਲ ਬਣਿਆ ਹੋਇਆ। ਇਟ ਹੈਜ਼ ਅ ਲਾਰਜ ਸਟੈਪਡ ਟੈਂਕ ਵਿਚ ਇਜ਼ 39 ਫੀਟ ਲੌਂਗ, 23 ਫੀਟ ਬਰੋਡ ਐਂਡ 8 ਫੀਟ ਡੀਪ। ਤੇ ਇਹਦੇ ਵਿੱਚ ਇੱਕ ਇੱਟਾਂ ਨਾਲ ਬਣਿਆ ਹੋਇਆ ਤਲਾਅ ਵੀ ਹੈਗਾ ਜਿਹਦਾ ਆਕਾਰ 39 ਫੁੱਟ ਲੰਬਾ, 23 ਫੁੱਟ ਚੌੜਾ ਤੇ 8 ਫੁੱਟ ਡੂੰਘਾ ਹੈ। ਇਟ ਵਾਜ਼ ਫਿਲਡ ਬਾਈ ਵਾਟਰ ਫਰੋਮ ਅ ਨੀਅਰ ਬਾਈ ਵੈਲ ਐਂਡ ਦੇਰ ਇਜ਼ ਅ ਬਿਗ ਡਰੇਨ ਟੂ ਟੇਕ ਆਊਟ ਦ ਡਰਟੀ ਵਾਟਰ। ਨੇੜੇ ਇੱਕ ਖੂਹ ਸੀ ਜੋ ਕਿ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਗੰਦੇ ਪਾਣੀ ਦੇ ਨਿਕਾਸ ਦੇ ਲਈ ਇੱਕ ਨਾਲਾ ਬਣਿਆ ਹੋਇਆ ਸੀ। ਦੇਅਰ ਆਰ ਰੂਮਸ ਐਂਡ ਬਰਾਂਡਾਸ ਅਰਾਊਂਡ ਦਾ ਬਾਥ। ਤੇ ਇਸ ਇਸ਼ਨਾਨ ਘਰ ਦੇ ਚਾਰੇ ਪਾਸੇ ਬਰਾਂਡੇ ਅਤੇ ਰੂਮ ਬਣੇ ਹੋਏ ਸਨ। ਦ ਗ੍ਰੇਟ ਬਾਥ ਐਟ ਮੋਹਨਜੋਦੜੋ। ਆਹ ਜਿਹੜਾ ਮੋਹਨਜੋਦੜੋ ਦੇ ਸਥਾਨ 'ਤੇ ਆਪਾਂ ਨੂੰ ਇੱਕ ਬਹੁਤ ਵੱਡਾ ਇਸ਼ਨਾਨ ਘਰ ਮਿਲਿਆ। ਆ ਉਹਦੀ ਪਿਕਚਰ ਹੈਗੀ ਆ। ਇਹ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਆ। ਠੀਕ ਹੈ ਜੀ। ਹੁਣ ਉਸ ਸਮੇਂ ਦਾ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਸੀ? ਐਜ਼ ਐਨ ਅਰਬਨ ਸਿਵਲਾਈਜੇਸ਼ਨ ਇਟ ਹੈਡ ਅ ਹਾਈਲੀ ਡਿਵੈਲਪਡ ਸੋਸਾਇਟੀ। ਕਿਉਂਕਿ ਹੁਣ ਇਹ ਜਿਹੜੀ ਸੱਭਿਅਤਾ ਸੀ ਇਹ ਇੱਕ ਸ਼ਹਿਰੀ ਸੱਭਿਅਤਾ ਸੀ। ਠੀਕ ਹੈ। ਤੇ ਇਹਦੇ ਵਿੱਚ ਬਹੁਤ ਹੀ ਵਿਕਸਿਤ ਸਮਾਜ ਸੀ। ਵੀਟ, ਬਾਰਲੇ, ਰਾਈਸ, ਪਲਸਿਸ, ਫਰੂਟਸ, ਵੈਜੀਟੇਬਲਸ ਐਂਡ ਮਿਲਕ ਫੋਰਮਡ ਦ ਮੇਨ ਆਈਟਮਸ ਆਫ ਫੂਡ। ਤੇ ਜਿਹੜੇ ਉਹ ਖਾਣਾ ਖਾਂਦੇ ਸੀ ਉਹਨਾਂ 'ਚੋਂ ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਜਾਂ ਦੁੱਧ ਜਿਹੜੀਆਂ ਸੀ ਉਹਨਾਂ ਦੀਆਂ ਮੇਨ ਖਾਣੇ ਦੀਆਂ ਚੀਜ਼ਾਂ ਹੁੰਦੀਆਂ ਸੀ। ਨੋਨ ਵੈਜੀਟੇਰੀਅਨ ਫੂਡ ਵਾਜ਼ ਆਲਸੋ ਈਟਨ। ਤੇ ਇਸ ਤੋਂ ਇਲਾਵਾ ਮਾਸਾਹਾਰੀ ਭੋਜਨ ਜਿਹੜਾ ਸੀ ਉਹ ਵੀ ਖਾਇਆ ਜਾਂਦਾ ਸੀ। ਡਿਸਕਵਰੀ ਆਫ ਫਿਸ਼ ਹੁਕਸ ਇੰਡੀਕੇਟਸ ਦੈਟ ਫਿਸ਼ ਫੋਰਮਡ ਐਨ ਆਈਟਮ ਆਫ ਡਾਇਟ। ਤੇ ਉਸ ਟਾਈਮ ਦੇ ਮੱਛੀਆਂ ਨੂੰ ਫੜਨ ਵਾਲੇ ਕਾਂਟੇ ਵੀ ਮਿਲੇ ਆ ਜਿਨ੍ਹਾਂ ਨੂੰ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਕਿ ਹੋ ਸਕਦਾ ਉਸ ਟਾਈਮ ਉਹ ਮੱਛੀਆਂ ਵੀ ਉਹਨਾਂ ਦੇ ਖਾਣੇ ਦਾ ਇੱਕ ਹਿੱਸਾ ਸੀ। ਬੋਥ ਕਾਟਨ ਐਂਡ ਵੂਲਨ ਕਲੋਥਸ ਵਰ ਵੋਰਨ ਬਾਈ ਦ ਪੀਪਲ। ਤੇ ਸੂਤੀ ਤੇ ਉੱਨੀ ਦੋਨਾਂ ਤਰ੍ਹਾਂ ਦੇ ਕੱਪੜੇ ਹੀ ਉੱਥੋਂ ਦੇ ਲੋਕ ਜਿਹੜੇ ਸੀ ਉਹ ਪਹਿਨਦੇ ਸਨ। The ladies wore a long skirt and blouse and men wrapped a shawl over their left shoulder and under their right arm। ਤੇ ਜਿਹੜੀਆਂ ਲੇਡੀਜ਼ ਸੀ ਉਸ ਟਾਈਮ ਦੀਆਂ ਉਹ ਘੱਗਰਾ ਤੇ ਚੋਲੀ ਪਹਿਨਦੀਆਂ ਸੀ ਤੇ ਜਿਹੜੇ ਆਦਮੀ ਸੀਗੇ ਉਹ ਆਪਣੇ ਉੱਪਰ ਸ਼ਾਲ ਲਪੇਟ ਲੈਂਦੇ ਸੀ ਆਪਣੇ ਖੱਬੇ ਮੋਢੇ ਦੇ ਨੀਚੇ ਤੇ ਰਾਈਟ ਆਰਮ ਜਿਹੜੀ ਸੀ ਉਹਨਾਂ ਦੀ ਸੱਜੀ ਬਾਂਹ ਉਹਦੇ ਨੀਚੇ ਹੁੰਦੀ। ਬੋਥ ਮੈਨ ਐਂਡ ਵਿਮਨ ਵਰ ਫੌਂਡ ਆਫ ਜੁਐਲਰੀ ਐਂਡ ਅਦਰ ਫੈਸ਼ਨਸ। ਤੇ ਆਦਮੀ ਤੇ ਔਰਤਾਂ ਦੋਨੇ ਹੀ ਗਹਿਣਿਆਂ ਦੇ ਸ਼ੌਕੀਨ ਸੀ ਤੇ ਉਹ ਫੈਸ਼ਨੇਬਲ ਸੀਗੇ ਉਸ ਟਾਈਮ। ਰਿਚ ਪੀਪਲ ਯੂਜ਼ਡ ਗੋਲਡ, ਸਿਲਵਰ ਐਂਡ ਪ੍ਰੈਸ਼ੀਅਸ ਸਟੋਨਸ ਵਾਈਲ ਦ ਪੂਅਰ ਪੀਪਲ ਮੇਡ ਦੇਅਰ ਜੁਐਲਰੀ ਆਊਟ ਆਫ ਬੋਨ, ਟੈਰਾਕੋਟਾ ਐਂਡ ਸੈਮੀ ਪ੍ਰੈਸ਼ੀਅਸ ਬੀਡਸ। ਤੇ ਜਿਹੜੇ ਅਮੀਰ ਲੋਕ ਸੀਗੇ ਉਹ ਸੋਨਾ, ਚਾਂਦੀ ਤੇ ਕੀਮਤੀ ਪੱਥਰਾਂ ਦੇ ਬਣੇ ਹੋਏ ਗਹਿਣੇ ਪਹਿਨਦੇ ਸੀ, ਜਦਕਿ ਜਿਹੜੇ ਗਰੀਬ ਲੋਕ ਸੀ ਉਹ ਹੱਡੀਆਂ ਦੇ ਜਾਂ ਪੱਕੀ ਮਿੱਟੀ ਦੇ ਜਾਂ ਫਿਰ ਮਣਕਿਆਂ ਦੇ ਬਣਾਏ ਹੋਏ ਗਹਿਣੇ ਪਹਿਨਦੇ ਸੀ। ਵਿਮਨ ਵੋਰ ਬੈਂਗਲਸ, ਨੈਕਲੇਸ, ਈਅਰਿੰਗਸ ਐਟਸੈਟਰਾ ਐਂਡ ਮੈਨ ਵੋਰ ਬ੍ਰੈਸਲੇਟ, ਈਅਰਿੰਗਸ ਐਂਡ ਪੈਂਡੈਂਟਸ। ਜਿਹੜੀਆਂ ਔਰਤਾਂ ਸੀ ਉਹ ਚੂੜੀਆਂ ਪਹਿਨਦੀਆਂ ਸੀ, ਹਾਰ ਪਹਿਨਦੀਆਂ ਸੀ। ਠੀਕ ਹੈ। ਤੇ ਝੁਮਕੇ ਪਹਿਨਦੀਆਂ ਸੀ ਤੇ ਆਦਮੀ ਜਿਹੜੇ ਸੀ ਉਹ ਕੜੇ, ਠੀਕ ਹੈ, ਤੇ ਕੰਨਾਂ ਦੇ ਵਿੱਚ ਵੀ ਪਹਿਨਦੇ ਸੀ ਉਹ ਵੀ, ਤੇ ਨਾਲ ਹੀ ਉਹ ਕੈਂਠੇ ਵਗੈਰਾ ਪਹਿਨਦੇ ਸੀ। ਵਿਮਨ ਡਰੈਸਡ ਦੇਅਰ ਹੇਅਰ ਇਨ ਵੇਰੀਅਸ ਬਿਊਟੀਫੁਲ ਸਟਾਈਲਸ ਐਂਡ ਯੂਜ਼ਡ ਲਿਪਸਟਿਕ, ਕੋਰੀਅਮ ਐਂਡ ਅਦਰ ਕੋਸਮੈਟਿਕਸ। ਤੇ ਜਿਹੜੀਆਂ ਉਸ ਟਾਈਮ ਦੀਆਂ ਔਰਤਾਂ ਸੀ ਉਹ ਆਪਣੇ ਵਾਲਾਂ ਨੂੰ ਕਈ ਤਰੀਕਿਆਂ ਨਾਲ ਸਜਾਉਂਦੀਆਂ ਸੀ ਤੇ ਇਸ ਤੋਂ ਇਲਾਵਾ ਉਹ ਲਿਪਸਟਿਕ, ਸੁਰਮਾ ਤੇ ਹੋਰ ਕਈ ਜਿਹੜੀਆਂ ਸ਼ਿੰਗਾਰ ਦੀਆਂ ਚੀਜ਼ਾਂ ਸੀ ਉਹ ਵੀ ਵਰਤਦੀਆਂ ਸੀ। ਕੈਪਟ ਬੀਅਰਡਸ, ਸਮ ਵਰ ਕਲੀਨ ਸ਼ੇਵਨ ਆਲਸੋ। ਤੇ ਜਿਹੜੇ ਆਦਮੀ ਹੁੰਦੇ ਸੀ ਕੁਛ ਤਾਂ ਉਹ ਦਾੜੀ ਰੱਖਦੇ ਸੀ ਤੇ ਕਈ ਬਿਨਾਂ ਦਾੜੀ ਤੋਂ ਵੀ ਹੁੰਦੇ ਸੀ। ਸਮ ਮੈਨ ਵੋਰ ਅ ਬੈਂਡ ਅਰਾਊਂਡ ਦੇਅਰ ਹੈਡਸ। ਤੇ ਕੁਛ ਆਦਮੀ ਆਪਣੇ ਸਿਰ ਦੇ ਉੱਪਰ ਇੱਕ ਪੱਟੀ ਬੰਨ੍ਹਦੇ ਸੀ। ਹਾਂਜੀ, ਆਹ ਹੈਗੀ ਪਿਕਚਰ ਉਸ ਟਾਈਮ ਦੇ ਔਰਨਾਮੈਂਟਸ ਜਿਹੜੇ ਸੀਗੇ ਉਹਦੀ। ਜਿਊਲਰੀ ਫਾਊਂਡ ਐਟ ਮੋਹਨਜੋਦੜੋ, ਜਿਹੜੀ ਕਿ ਮੋਹਨਜੋਦੜੋ ਦੇ ਵਿੱਚੋਂ ਮਿਲੀ ਆ, ਖੁਦਾਈ ਵਿੱਚੋਂ। ਪੀਪਲ ਵਰ ਫੌਂਡ ਆਫ ਬੋਥ ਇਨਡੋਰ ਐਂਡ ਆਊਟਡੋਰ ਗੇਮਸ।
ਜਿਹੜੇ ਲੋਕ ਸੀ ਉਸ ਟਾਈਮ ਦੇ ਉਹ ਖੇਡਾਂ ਦੇ ਸ਼ੌਕੀਨ ਸੀਗੇ। ਡਾਂਸਿੰਗ, ਪਲੇਇੰਗ ਆਫ ਡਾਈਸ ਐਂਡ ਚੈਸ, ਹੰਟਿੰਗ, ਰੇਸਿੰਗ ਐਟਸੈਕਟਰਾ ਵਰ ਫੇਵਰੇਟ ਪਾਸ ਟਾਈਮਸ। ਨਾਚ ਤੇ ਡਾਈਸ ਮੀਨਸ ਜੂਆ ਖੇਡਦੇ ਸੀ, ਚੌਪੜ ਖੇਡਦੇ ਸੀ, ਸ਼ਿਕਾਰ ਖੇਡਦੇ ਸੀ ਜਾਂ ਦੌੜਾਂ, ਠੀਕ ਹੈ। ਇਹ ਉਹਨਾਂ ਦੇ ਇੰਜੋਇਮੈਂਟ ਦੇ ਸਾਧਨ ਸੀ ਉਸ ਟਾਈਮ ਦੇ। ਦੇ ਆਲਸੋ ਮੇਡ ਟੋਇਜ਼ ਲਾਈਕ ਐਨੀਮਲ ਫਿਗਰਸ, ਕਾਰਟਸ ਐਂਡ ਅਦਰ ਥਿੰਗਸ ਆਫ ਟੈਰਾਕੋਟਾ। ਅਤੇ ਇਸ ਤੋਂ ਇਲਾਵਾ ਉਹ ਮਿੱਟੀ ਤੋਂ ਬਣਾਏ ਜਾਨਵਰਾਂ ਦੀਆਂ ਤਸਵੀਰਾਂ, ਗੱਡੀਆਂ ਜਿਹੜੀਆਂ ਕਿ ਮਿੱਟੀ ਤੋਂ ਬਣਾਈਆਂ ਜਾਂਦੀਆਂ ਸੀ ਉਹ ਵੀ ਬਣਾਉਂਦੇ ਸੀ ਅਤੇ ਉਹਦੇ ਖਿਡੌਣਿਆਂ ਨਾਲ ਉਹ ਖੇਡਦੇ ਸੀ। ਨੈਕਸਟ ਆ ਗਈ ਇਕੋਨਮਿਕ ਲਾਈਫ, ਇਹਨਾਂ ਦਾ ਆਰਥਿਕ ਜੀਵਨ। ਹਾਂਜੀ ਇੱਧਰ ਦੇਖ ਲਓ, ਦ ਗ੍ਰੀਕਸ ਲਰਨਡ ਦ ਨੌਲੇਜ ਆਫ ਕਾਟਨ ਫਰੋਮ ਦ ਇੰਡੀਅਨਸ। ਜਿਹੜੇ ਯੂਨਾਨੀ ਲੋਕ ਸੀ ਉਹਨਾਂ ਨੇ ਕਾਟਨ ਦੀ ਜਿਹੜੀ ਜਾਣਕਾਰੀ ਸੀ, ਕਪਾਹ ਦੀ, ਉਹ ਭਾਰਤੀਆਂ ਤੋਂ ਹੀ ਲਈ ਸੀ। ਐਗਰੀਕਲਚਰ ਐਂਡ ਕੈਟਲ ਰੇਅਰਿੰਗ ਅਪੀਅਰ ਟੂ ਬੀ ਦ ਮੇਨ ਪ੍ਰੋਫੈਸ਼ਨ ਆਫ ਪੀਪਲ। ਖੇਤੀਬਾੜੀ ਅਤੇ ਪਸ਼ੂ ਪਾਲਣਾ ਇਹਨਾਂ ਦਾ ਮੁੱਖ ਕਿੱਤਾ ਸੀਗਾ। ਵੇਰੀਅਸ ਗ੍ਰੇਨਸ, ਵੈਜੀਟੇਬਲਸ ਐਂਡ ਕਾਟਨ ਵਰ ਗਰੋਨ। ਅਤੇ ਬਹੁਤ ਸਾਰੇ ਅਨਾਜ, ਸਬਜ਼ੀਆਂ ਅਤੇ ਕਪਾਹ ਉਗਾਈ ਜਾਂਦੀ ਸੀ। ਦ ਰਿਮੇਨਸ ਆਫ ਪਲਗਡ ਫੀਲਡ ਫਰੋਮ ਕਾਲੀਬੰਗਨ ਇੰਡੀਕੇਟ ਦੈਟ ਦ ਮੈਥਡ ਆਫ ਐਗਰੀਕਲਚਰ ਵਾਜ਼ ਮੱਚ ਲਾਈਕ ਦੈਟ ਆਫ ਮੋਡਰਨ ਟਾਈਮਸ। ਅਤੇ ਜਿਹੜੇ ਕਿ ਕਾਲੀਬੰਗਨ ਤੋਂ ਵਾਏ ਗਏ ਖੇਤਾਂ ਦੀਆਂ ਅਵਸ਼ੇਸ਼ ਮਿਲੇ ਉਹਨਾਂ ਤੋਂ ਪਤਾ ਲੱਗਦਾ ਕਿ ਅੱਜ ਦੇ ਸਮੇਂ ਦੇ ਅਨੁਸਾਰ ਹੀ ਇਹ ਉਸ ਟਾਈਮ ਖੇਤੀ ਕਰਦੇ ਸੀ। ਸ਼ੀਪ, ਗੋਟ, ਬੁੱਲ, ਬਫਲੋ, ਕੈਮਲ, ਐਲੀਫੈਂਟ, ਹਾਰਸ ਐਂਡ ਡੌਗ ਵਰ ਡੋਮੈਸਟੀਕੇਟਡ। ਅਤੇ ਭੇਡਾਂ, ਬੱਕਰੀਆਂ, ਬੈਲ, ਮੱਝਾਂ, ਊਂਠ, ਹਾਥੀ, ਘੋੜੇ ਅਤੇ ਜਿਹੜੇ ਕੁੱਤੇ ਹੁੰਦੇ ਸੀ ਉਹਨਾਂ ਨੂੰ ਉਹ ਪਾਲਦੇ ਸਨ। Several articles of daily requirements like pottery, household goods of copper and other materials such as spindle wheels, needles, fish hooks, weights, jewelry of gold, silver and stone, terracotta articles, weapons like axes, daggers, spears and many other things were manufactured। ਇਸ ਤੋਂ ਇਲਾਵਾ ਤਾਂਬੇ ਦੀਆਂ ਕਈ ਵਸਤਾਂ, ਬਰਤਨ, ਘਰ ਵਰਤਣ ਵਾਲੀਆਂ ਚੀਜ਼ਾਂ ਅਤੇ ਕਈ ਹੋਰ ਚੀਜ਼ਾਂ ਜਿਵੇਂ ਤਕਲੇ, ਸੂਈਆਂ, ਮੱਛੀਆਂ ਨੂੰ ਫੜਨ ਵਾਲੇ ਕਾਂਟੇ, ਭਾਰ ਤੋਲਣ ਵਾਲੇ ਬੱਟੇ ਅਤੇ ਇਸ ਤੋਂ ਇਲਾਵਾ ਸੋਨੇ, ਚਾਂਦੀ, ਪੱਥਰਾਂ ਤੋਂ ਬਣੀਆਂ ਹੋਈਆਂ ਗਹਿਣੇ ਅਤੇ ਮਿੱਟੀ ਤੋਂ ਬਣਾਏ ਹੋਏ ਚੀਜ਼ਾਂ, ਠੀਕ ਹੈ। ਅਤੇ ਇਸ ਤੋਂ ਇਲਾਵਾ ਕਈ ਔਜ਼ਾਰ ਜਿਵੇਂ ਕਿ ਕੁਹਾੜੀਆਂ, ਭਾਲੇ, ਬਰਛੇ, ਹੈ ਨਾ। ਅਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਵੀ ਉਸ ਟਾਈਮ ਬਣਦੀਆਂ ਸੀ। ਟ੍ਰੇਡ ਵਾਜ਼ ਕੈਰੀਡ ਔਨ ਵਿਦਇਨ ਦ ਕੰਟਰੀ ਐਂਡ ਆਲਸੋ ਵਿਦ ਫੋਰਨ ਲੈਂਡਸ ਲਾਈਕ ਮੈਸੋਪੋਟਾਮੀਆ। ਅਤੇ ਉਸ ਟਾਈਮ ਵਪਾਰ ਵੀ ਹੁੰਦਾ ਸੀ ਜਿਹੜਾ ਕਿ ਦੇਸ਼ ਦੇ ਵਿੱਚ ਵੀ ਹੁੰਦਾ ਸੀ ਅਤੇ ਦੇਸ਼ ਤੋਂ ਬਾਹਰ, ਜਿਸ ਤਰ੍ਹਾਂ ਮੈਸੋਪੋਟਾਮੀਆ ਉਹਨਾਂ ਨਾਲ ਵੀ ਹੁੰਦਾ ਸੀ। ਸਮ ਸੀਲਸ ਮੇਡ ਆਫ ਸਟਲਾਈਟ ਐਂਡ ਟੈਰਾਕੋਟਾ। ਅਤੇ ਕੁਛ ਜਿਹੜੀਆਂ ਉਸ ਟਾਈਮ ਦੀਆਂ ਮੋਹਰਾਂ ਮਿਲੀਆਂ ਜਿਹੜੀਆਂ ਕਿ ਚਿਕਨੇ ਪੱਥਰ ਤੋਂ ਬਣੀਆਂ ਆ ਅਤੇ ਜਾਂ ਫਿਰ ਪੱਕੀ ਮਿੱਟੀ ਤੋਂ ਬਣਾਈਆਂ ਗਈਆਂ ਆ। ਹੈਵ ਬੀਨ ਡਿਸਕਵਰਡ ਦੈਟ ਹੈਵ ਦ ਪਿਕਚਰ ਆਫ ਬੋਟਸ ਐਂਡ ਸ਼ਿਪਸ ਔਨ ਦੈਮ। ਅਤੇ ਜਿਨ੍ਹਾਂ ਦੇ ਉੱਪਰ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਜੋ ਕਿ ਕਿਸ਼ਤੀਆਂ ਅਤੇ ਜਹਾਜ਼ਾਂ ਦੀਆਂ ਆ। ਵਾਜ਼ ਦ ਆਇਰਨ ਯੂਜ਼ਡ ਇਨ ਦ ਸਿਟੀਜ਼ ਆਫ ਹੜੱਪਨ ਸਿਵਿਲਾਈਜੇਸ਼ਨ। ਹਾਂਜੀ ਹੁਣ ਉਹਨਾਂ ਨੇ ਕੁਐਸਚਨ ਪੁੱਛਿਆ ਕਿ ਹੜੱਪਾ ਸੱਭਿਅਤਾ ਦੇ ਵਿੱਚ ਕੀ ਜਿਹੜਾ ਲੋਹਾ ਸੀ ਉਹਦੀ ਵਰਤੋਂ ਕੀਤੀ ਜਾਂਦੀ ਸੀ। ਇਟ ਇਜ਼ ਰਿਲੀਜਨ। ਦ ਫੀਮੇਲ ਟੈਰਾਕੋਟਾ ਫਿਗਰਾਈਨਸ discovered from various sites of the Indus civilization indicate that the people worshipped mother goddess। ਤੇ ਮਿੱਟੀ ਤੋਂ ਬਣੀਆਂ ਹੋਈਆਂ ਕਈ ਮੂਰਤੀਆਂ ਵੀ ਮਿਲੀਆਂ ਅਲੱਗ-ਅਲੱਗ ਜਗ੍ਹਾ ਤੋਂ ਜੋ ਕਿ ਸਿੰਧੂ ਘਾਟੀ ਨਾਲ ਸੰਬੰਧਿਤ ਆ। ਅਤੇ ਉੱਥੋਂ ਪਤਾ ਲੱਗਦਾ ਕਿ ਇੱਥੋਂ ਦੇ ਲੋਕ ਜਿਹੜੇ ਸੀਗੇ ਉਹ ਮਦਰ ਗੋਡੈਸ ਜਾਂ ਮਾਤ ਦੇਵੀ ਦੀ ਪੂਜਾ ਕਰਦੇ ਸਨ। ਹਾਂਜੀ ਆਹ ਪਿਕਚਰ ਮਿਲੀ ਆ ਮਦਰ ਗੋਡੈਸ ਫਾਊਂਡ ਐਟ ਮੋਹਿੰਜੋਦੜੋ, ਜਿਹੜੀ ਕਿ ਮੋਹਿੰਜੋਦੜੋ ਦੇ ਸਥਾਨ ਤੋਂ ਪ੍ਰਾਪਤ ਹੋਈ ਆ। Some seals bearing the picture of a yogi like man in meditation and surrounded by various animals have been found। ਤੇ ਕਈ ਸੀਲਾਂ ਦੇ ਉੱਪਰ ਇੱਕ ਪਿਕਚਰ ਬਣੀ ਹੋਈ ਮਿਲੀ ਆ, ਇੱਕ ਜੋਗੀ ਦੀ ਪਿਕਚਰ ਮਿਲੀ ਹੋਈ ਆ ਜੋ ਕਿ ਸਮਾਧੀ 'ਚ ਬੈਠਾ ਆ ਅਤੇ ਉਹਦੇ ਆਲੇ ਦੁਆਲੇ ਕਈ ਪਸ਼ੂ ਜਿਹੜੇ ਉਹ ਦਿਖਾਈ ਦੇ ਰਹੇ ਆ। ਹੀ ਇਜ਼ ਨੇਮਡ ਪਸ਼ੂਪਤੀ, ਦੈਟ ਇਜ਼ ਅਨਦਰ ਨੇਮ ਆਫ ਗੋਡ ਸ਼ਿਵਾ। ਅਤੇ ਇਸ ਨੂੰ ਪਸ਼ੂਪਤੀ ਜਾਂ ਸ਼ਿਵ ਜੀ ਦਾ ਹੀ ਦੂਜਾ ਨਾਮ ਦਿੱਤਾ ਗਿਆ। ਹੀ ਵਾਜ਼ ਆਲਸੋ ਵਰਸ਼ਿਪਡ ਇਟ ਇਨ ਅ ਫੋਰਮ ਆਫ ਸ਼ਿਵਲਿੰਗ। ਅਤੇ ਉਸਨੂੰ ਸ਼ਿਵਲਿੰਗ ਦੇ ਰੂਪ ਦੇ ਵਿੱਚ ਵੀ ਉਸਦੀ ਪੂਜਾ ਕੀਤੀ ਜਾਂਦੀ ਸੀ। ਦ ਪਿਕਚਰ ਆਫ ਬੁੱਲ ਫਾਊਂਡ ਔਨ ਸਮ ਸੀਲਸ ਇੰਡੀਕੇਟ ਦੈਟ ਇਟ ਟੂ ਵਾਜ਼ ਵਰਸ਼ਿਪਡ। ਅਤੇ ਕਈ ਜਿਹੜੀਆਂ ਤਸਵੀਰਾਂ ਆ ਸੀਲ ਦੇ ਉੱਪਰ ਉਹ ਬੈਲ ਦੀਆਂ ਵੀ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਸ਼ਾਇਦ ਉਸ ਟਾਈਮ ਬਹੁਤ ਜਿਹੜੇ ਬੈਲ ਸੀਗੇ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਟਰੀ ਵਰਸ਼ਿਪ ਵਾਜ਼ ਆਲਸੋ ਪੋਪੂਲਰ ਐਂਡ ਦ ਪੀਪਲ ਟਰੀ ਵਾਜ਼ ਕੰਸੀਡਰਡ ਸੇਕਰਡ। ਅਤੇ ਉਸ ਟਾਈਮ ਜਿਹੜੀ ਦਰਖਤ ਸੀ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ ਅਤੇ ਪਿੱਪਲ ਦੇ ਦਰਖਤ ਨੂੰ
ਪਵਿੱਤਰ ਸਮਝਿਆ ਜਾਂਦਾ ਸੀ। ਦ ਸੀਲਸ ਆਰ ਯੂਜ਼ਡ ਇਨ ਥੀਸ ਡੇਜ਼ ਆਲਸੋ। ਸੀਲਸ ਜਿਹੜੀਆਂ ਆ ਮੋਹਰਾਂ ਉਹ ਅੱਜ ਵੀ ਵਰਤੀਆਂ ਜਾਂਦੀਆਂ। ਕਲੈਕਟ ਇਨਫੋਰਮੇਸ਼ਨ ਐਂਡ ਟੈਲ ਦ ਪਰਪਸ ਫॉर ਵਿਚ ਸੀਲਸ ਆਰ ਯੂਜ਼ਡ। ਤੇ ਤੁਸੀਂ ਇਹ ਦੇਖਣਾ, ਉਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਆ ਤੇ ਦੱਸਣਾ ਹੈ ਕਿ ਕਿਸ ਕੰਮ ਦੇ ਲਈ ਸੀਲਾਂ ਦੀ ਵਰਤੋਂ ਕੀਤੀ ਜਾਂਦੀ ਆ। ਆਰਟ ਐਂਡ ਨੌਲੇਜ ਆਫ ਰਾਈਟਿੰਗ। ਹਾਂਜੀ, ਹੁਣ ਉਹਨਾਂ ਦੇ ਵਿੱਚ ਕਲਾ ਜਾਂ ਜਿਹੜੀ ਲਿਖਣ ਦੀ ਜਿਹੜੇ ਗਿਆਨ ਸੀ ਉਹਦੇ ਬਾਰੇ ਦੇਖਦੇ ਹਾਂ। ਵੇਰੀਅਸ ਟਾਈਪਸ ਆਫ ਆਰਟ ਵਰ ਹਾਈਲੀ ਡਿਵੈਲਪ ਡਿਊਰਿੰਗ ਦਿਸ ਪੀਰੀਅਡ। ਬਹੁਤ ਤਰ੍ਹਾਂ ਦੀ ਜਿਹੜੀ ਆਰਟ ਸੀਗੀ, ਕਲਾ ਸੀ, ਇਸ ਟਾਈਮ ਦੇ ਵਿੱਚ, ਇਸ ਪੀਰੀਅਡ ਦੇ ਵਿੱਚ ਵਿਕਸਿਤ ਹੋ ਚੁੱਕੀ ਸੀ। ਟੋਇਜ਼ ਮੇਡ ਆਫ ਟੈਰਾਕੋਟਾ ਐਂਡ ਸਟੈਚੂ ਆਫ ਸਟੋਨ ਐਂਡ ਮੈਟਲ ਹੈਵ ਬੀਨ ਫਾਊਂਡ। ਤੇ ਪੱਕੀ ਮਿੱਟੀ ਤੋਂ ਬਣੇ ਹੋਏ ਖਿਡੌਣੇ ਅਤੇ ਪੱਥਰ ਤੋਂ ਬਣੇ ਹੋਏ ਕਈ ਸਟੈਚੂ ਜਾਂ ਮੂਰਤੀਆਂ ਆਪਾਂ ਨੂੰ ਮਿਲੀਆਂ ਆ, ਠੀਕ ਹੈ। ਐਂਡ ਮੈਟਲਸ ਹੈਵ ਬੀਨ ਫਾਊਂਡ, ਜੋ ਕਿ ਕਈ ਧਾਤਾਂ ਤੋਂ ਵੀ ਬਣੀਆਂ ਹੋਈਆਂ। A bronze statue of a dancing girl discovered from Mohenjo-daro is very beautiful। ਤੇ ਇੱਕ ਕਾਂਸੇ ਦਾ ਸਟੈਚੂ ਜਿਹੜੀ ਆ ਕਾਂਸੂ ਤੇ ਇੱਕ ਕਾਂਸੇ ਦੀ ਜਿਹੜੀ ਮੂਰਤੀ ਆ ਨੱਚਦੀ ਹੋਈ ਲੜਕੀ ਦੀ, ਉਹ ਮਿਲੀ ਆ ਮੋਹਨਜੋਦੜੋ ਤੋਂ, ਜੋ ਕਿ ਬਹੁਤ ਸੁੰਦਰ ਹੈ। A stone head of a priest or some chief with beard and a headband and a male torso that had movable limbs are other good examples। ਤੇ ਇਸ ਤੋਂ ਇਲਾਵਾ ਪੁਜਾਰੀ ਦਾ ਜਿਹੜਾ ਸਿਰ ਆ ਪੱਥਰ ਦਾ ਬਣਿਆ ਉਹ ਮਿਲਿਆ ਆ, ਠੀਕ ਹੈ, ਤੇ ਜਿਹਦੇ ਉੱਪਰ ਉਹਦੀ ਦਾੜੀ ਵੀ ਦਿਖਾਈ ਗਈ ਆ ਐਂਡ ਹੈਡਬੈਂਡ, ਤੇ ਉਹਦੇ ਪੱਟੀ ਬੰਨੀ ਹੋਈ ਹੈ। ਤੇ ਇੱਕ ਜਿਹੜਾ ਨਰ ਧੜ ਮਿਲਿਆ ਆਪਾਂ ਨੂੰ ਮਨੁੱਖ ਦਾ, ਤੇ ਜਿਹੜਾ ਕਿ ਮੂਵੇਬਲ ਹੈਗਾ। ਕਾਰਟਸ ਦੈਟ ਕੁਡ ਬੀ ਪੁਲਡ ਵਿਦ ਅ ਸਟ੍ਰਿੰਗ, ਮੰਕੀ ਦੈਟ ਕੁਡ। ਤੇ ਇਸ ਤੋਂ ਇਲਾਵਾ ਕਈ ਗੱਡੀਆਂ ਵੀ ਮਿਲੀਆਂ ਜਿਹੜੀਆਂ ਕਿ ਧਾਗੇ ਦੇ ਨਾਲ ਖਿੱਚੀਆਂ ਜਾਂਦੀਆਂ ਸੀ। monkey that could climb or crawl down on a stick and other such toys were made in large number। ਤੇ ਕਈ ਹੋਰ ਖਿਡੌਣੇ ਵੀ ਮਿਲੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਬੰਦਰ ਦਾ ਖਿਡੌਣਾ ਮਿਲਿਆ, ਜੋ ਕਿ ਇੱਕ ਸਟਿੱਕ ਦੇ ਉੱਪਰ, ਇੱਕ ਸੋਟੇ ਦੇ ਉੱਪਰ ਨੀਚੇ ਆ ਸਕਦਾ ਆ, ਠੀਕ ਹੈ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਖਿਡੌਣੇ ਵੀ ਮਿਲੇ ਆ। ਹਾਂਜੀ, ਆ ਜਿਹੜੀਆਂ ਉਸ ਟਾਈਮ ਦੇ ਸਟੈਚੂਸ ਮਿਲੇ ਆ। ਫਸਟ ਹੈਗੀ ਆ ਬ੍ਰੌਂਜ਼ ਸਟੈਚੂ ਆਫ ਅ ਡਾਂਸਿੰਗ ਗਰਲ ਫਾਊਂਡ ਐਟ ਮੋਹਨਜੋਦੜੋ, ਆਹ ਵਾਲੀ, ਠੀਕ ਹੈ। ਤੇ ਦੂਸਰੀ ਹੈਗੀ ਆ ਸਟੋਨ ਹੈਡ ਆਫ ਅ ਪ੍ਰੀਸਟ, ਜਿਹੜਾ ਕਿ ਇੱਕ ਪੁਜਾਰੀ ਦਾ ਇਕੱਲਾ ਆਪਾਂ ਨੂੰ ਸਿਰ ਦਾ ਜਿਹੜਾ ਇਹ ਸਟੈਚੂ ਮਿਲਿਆ ਆ। A very special feature of this culture was seals made of a soft stone called steatite। ਤੇ ਇੱਕ ਖਾਸ ਜਿਹੜੀ ਵਿਸ਼ੇਸ਼ਤਾ ਇਸ ਸਮੇਂ ਦੇ ਜਿਹੜੀ ਸੱਭਿਅਤਾ ਸੀ ਉਹ ਹੈਗੀਆਂ ਸੀਲਸ, ਠੀਕ ਹੈ, ਮੋਹਰਾਂ, ਜਿਹੜੀਆਂ ਕਿ ਬਹੁਤ ਸੌਫਟ ਜਿਹੜਾ ਸਟੋਨ ਸੀਗਾ, ਬਹੁਤ ਨਰਮ ਸਟੋਨ ਤੋਂ ਜਿਹੜੀਆਂ ਬਣੀਆਂ ਸੀ, ਜਿਹਨੂੰ ਕਿ ਸਟੀਲਾਈਟ ਕਹਿੰਦੇ ਸੀ। They depict various animals like humped bull, elephant, unicorn, bison etc. on them। ਤੇ ਇਹਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਜਾਨਵਰਾਂ ਦੀਆਂ ਪਿਕਚਰਸ ਜਿਹੜੀਆਂ ਬਣੀਆਂ ਹੋਈਆਂ, ਜਿਸ ਤਰ੍ਹਾਂ ਕਿ ਕੁੱਬਾ, ਬੈਲ, ਹੈ ਨਾ, ਹਾਥੀ, ਇੱਕ ਸਿੰਗ ਵਾਲਾ ਜਾਨਵਰ ਤੇ ਸਾਂਢ ਆਦਿ। Some seals have the pictures of ਪਸ਼ੂਪਤੀ ਸ਼ਿਵਾ and others show a people tree on them। ਤੇ ਕਈਆਂ ਦੇ ਉੱਤੇ ਪਸ਼ੂਪਤੀ ਸ਼ਿਵਾ ਦੀ ਪਿਕਚਰ ਜਿਹੜੀ ਆ ਉਹ ਬਣੀ ਹੋਈ ਹੈ, ਤੇ ਕਈਆਂ ਦੇ ਉੱਪਰ ਪਿੱਪਲ ਦੇ ਦਰਖਤ ਦੀ ਵੀ ਬਣੀ ਹੋਈ ਆ। Some inscriptions are engraved on the top of these seals in pictographic script। ਤੇ ਕਈ ਜਿਹੜੀਆਂ ਮੋਹਰਾਂ ਉਹਨਾਂ ਦੇ ਉੱਪਰ ਚਿੱਤਰ ਲਿਪੀ ਦੇ ਵਿੱਚ ਵੀ ਜਿਹੜਾ ਕੁਝ ਉਕਰਿਆ ਹੋਇਆ ਆ। This script has not been read so far but it indicates that the Harappan people had knowledge of writing। ਤੇ ਜਿਹੜੀ ਇਹ ਸਕ੍ਰਿਪਟ ਹੈਗੀ ਆ ਉਸ ਟਾਈਮ ਦੀ ਇਹ ਲਿਪੀ ਆ, ਉਹਨੂੰ ਅਜੇ ਤੱਕ ਪੜ੍ਹਿਆ ਨਹੀਂ ਗਿਆ, ਪਰ ਇਹ ਜ਼ਰੂਰ ਪਤਾ ਲੱਗ ਜਾਂਦਾ ਕਿ ਉਸ ਟਾਈਮ ਦੇ ਲੋਕ ਜਿਹੜੇ ਸੀ ਉਹਨਾਂ ਨੂੰ ਲਿਖਣ ਦਾ ਵੀ ਗਿਆਨ ਸੀ। ਹਾਂਜੀ, ਆਹ ਵਾਲੀ ਪਿਕਚਰ ਦੇ ਵਿੱਚ ਆ ਜਿਹੜੀ ਸੀਲ ਦੀ ਪਿਕਚਰ ਮਿਲੀ ਆ, ਸੀਲ ਆਫ ਪਸ਼ੂਪਤੀ ਸ਼ਿਵਾ ਫਾਊਂਡ ਐਟ ਮੋਹਨਜੋਦੜੋ, ਉਹ ਵਾਲੀ ਦਿਖਾਈ ਗਈ ਆ। ਲਾਸਟ ਪੁਆਇੰਟ ਦੇਖੋ, ਡਿਕਲਾਈਨ ਆਫ ਦ ਇੰਡਸ ਸਿਵਲਾਈਜੇਸ਼ਨ। ਹੁਣ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਸੀ, ਇਹਦਾ ਖਾਤਮਾ ਕਿਸ ਤਰ੍ਹਾਂ ਹੋ ਗਿਆ ਜਾਂ ਪਤਨ ਕਿਸ ਤਰ੍ਹਾਂ ਹੋ ਗਿਆ। ਐਟ ਵਨ ਟਾਈਮ ਸਕੋਲਰਸ ਬਿਲੀਵ ਦੈਟ ਦ ਇੰਡਸ ਸਿਵਲਾਈਜੇਸ਼ਨ ਹੈਡ ਕਮ ਟੂ ਐਨ ਐਂਡ ਡਿਊ ਟੂ ਦ ਇਨਵੇਸ਼ਨਸ ਆਫ ਆਰੀਅਨਸ ਫਰੋਮ ਫੋਰਨ ਲੈਂਡਸ। ਤੇ ਇੱਕ ਮੱਤ ਦੇ ਅਨੁਸਾਰ ਜਿਹੜੇ ਹੋਏ ਆ ਸਕੋਲਰਸ ਹੋਏ ਆ, ਹਾਂਜੀ, ਜਿਹੜੇ ਵਿਦਵਾਨ ਹੋਏ ਆ, ਉਹਨਾਂ ਦਾ ਮੰਨਣਾ ਆ ਕਿ ਵਿਦੇਸ਼ਾਂ ਤੋਂ ਹੀ ਆਰੀਆ ਜਿਹੜੇ ਲੋਕ ਸੀ ਉਹਨਾਂ ਨੇ ਆ ਕੇ ਸਿੰਧੂ ਘਾਟੀ ਦੇ ਲੋਕ ਜਿਹੜੇ ਸੀ ਉਹਨਾਂ ਦੇ ਹਮਲਾ ਕਰ ਦਿੱਤਾ ਸੀ। ਸਿੰਧੂ ਸੱਭਿਅਤਾ ਸੀ ਜਿਹੜੀ, ਠੀਕ ਹੈ, ਤੇ ਇਸ ਕਰਕੇ ਉਹ ਖਤਮ ਹੋ ਗਏ ਸੀ। ਬਟ ਦਿਸ ਵਿਊ ਹੈਜ਼ ਨੋ ਐਵੀਡੈਂਸ ਟੂ ਸਪੋਰਟ ਐਂਡ ਇਜ਼ ਨਾਓ ਡਿਸਕਾਰਡਡ। ਤੇ ਪਰ ਇਸ ਵੀ ਵਿਚਾਰ ਦੇ ਨਾਲ ਰਿਲੇਟਡ ਕੋਈ ਵੀ ਆਪਾਂ ਨੂੰ ਸਬੂਤ ਨਹੀਂ ਮਿਲਿਆ, ਤੇ ਇਹਨੂੰ ਤਿਆਗ ਦਿੱਤਾ ਗਿਆ। It is possible that continuous flood in the Indus and its tributaries were one of the causes of its decline। ਤੇ ਇਹ ਵੀ ਹੋ ਸਕਦਾ
कि उस टाइम ते जिहड़ी सिंधु नदी सी ते इहदी सहायक नदियां सी उन्हां दे विच लगातार हड़ आ गए होण ते इस सभ्यता जिहड़ी सी इह खत्म हो गई होवे। It seemed that drying up the river Saraswati about 1900 BC also forced people of this region to migrate eastwards to the Gangetic plain। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਸਰਸਵਤੀ ਨਦੀ ਸੀ ਉਹ 1900 ਈਸਵੀ ਪੂਰਬ ਉਹ ਸੁੱਕ ਗਈ ਸੀ ਤੇ ਉਹ ਪੂਰਬ ਦੇ ਵੱਲ ਜਿਹੜੇ ਗੰਗਾ ਦੇ ਮੈਦਾਨ ਸੀਗੇ ਉੱਥੇ ਚਲੇ ਗਏ ਸੀ। We find that about 1500 BC this civilization came to an end। ਤੇ ਸਾਨੂੰ ਪਤਾ ਲੱਗਦਾ ਹੈ ਕਿ 1500 ਈਸਵੀ ਪੂਰਬ ਦੇ ਵਿੱਚ ਇਸ ਸੱਭਿਅਤਾ ਦਾ ਅੰਤ ਹੋ ਗਿਆ ਜੋ ਕਿ ਇੱਕ ਮਹਾਨ ਸੱਭਿਅਤਾ ਸੀ। ਠੀਕ ਹੈ, ਸੋ ਇਹ ਸੀ ਤੁਹਾਡਾ ਲੈਸਨ। ਇਹਨੂੰ ਇੱਕ ਵਾਰੀ ਆਪਣੇ ਆਪ ਵੀ ਰੀਡ ਕਰ ਲਓ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਓਬਜੈਕਟਿਵ ਟਾਈਪ ਕੁਐਸਚਨ ਜਿਹੜੇ ਆ ਉਹ ਬਣਾ ਕੇ ਦੇਖੋ। ਓਕੇ, ਤੇ ਜੇ ਬਾਕੀ ਵੀਡੀਓ ਲੈਸਨ ਅਜੇ ਤੱਕ ਤੁਸੀਂ ਨਹੀਂ ਦੇਖੇ ਤਾਂ ਉਹ ਵੀ ਤੁਸੀਂ ਦੇਖ ਲਓ। ਠੀਕ ਹੈ, ਤੇ ਜੇ ਤੁਹਾਨੂੰ ਵੀਡੀਓ ਲੈਸਨ ਵਧੀਆ ਲੱਗਦੇ ਆ ਤਾਂ ਤੁਸੀਂ ਆਪਣੇ ਫਰੈਂਡਸ ਨਾਲ ਇਹਨਾਂ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਕਿ ਤੁਹਾਨੂੰ ਨਿਊ ਵੀਡੀਓਜ਼ ਦੇ ਨੋਟੀਫਿਕੇਸ਼ਨ ਜਿਹੜੇ ਆ ਉਹ ਟਾਈਮ ਟੂ ਟਾਈਮ ਮਿਲ ਜਾਣ ਤੇ ਤੁਸੀਂ ਪ੍ਰੋਪਰਲੀ ਆਪਣੀ ਸਟੱਡੀ ਕਰ ਸਕੋ। ਓਕੇ ਸਟੂਡੈਂਟਸ, ਟੇਕ ਕੇਅਰ, stay home, stay safe and keep learning. Thank you so much.